ਸਤਿ ਸ਼੍ਰੀ ਅਕਾਲ। ਆਪ ਸਭ ਦਾ ਸਵਾਗਤ ਹੈ ਮੇਰੇ YouTube ਚੈਨਲ ਸੁੱਖੀ ਪੰਜਾਬੀ ਵਰਲਡ ਦੇ ਵਿੱਚ। ਅੱਜ ਆਪਾਂ ਸਾਹਿਤਕ ਰੰਗ ਪੁਸਤਕ ਜੋ ਕਿ 9ਵੀਂ ਜਮਾਤ ਨੂੰ CBSE ਬੋਰਡ ਦੇ ਵਿੱਚ ਲੱਗੀ ਹੋਈ ਹੈ, ਉਹਦੀ ਇੱਕ ਕਹਾਣੀ ਹੈ ਦੁੱਧ ਤੇ ਪੁੱਤ। ਕਹਾਣੀ ਲੇਖਕ ਹੈ ਬਚਿੰਤ ਕੌਰ। ਉਹ ਕਹਾਣੀ ਪੜ੍ਹਾਂਗੇ। ਕਹਾਣੀ ਬਹੁਤ ਹੀ ਸੁੰਦਰ ਕਹਾਣੀ ਹੈ ਇਹ। ਸਭ ਤੋਂ ਪਹਿਲਾਂ ਇਸ ਕਹਾਣੀ ਦੇ ਪਾਤਰ। ਇਸ ਕਹਾਣੀ ਦਾ ਮੁੱਖ ਪਾਤਰ ਬਾਬਾ ਬਾਰੂ ਹੈ। ਬਾਬੇ ਬਾਰੂ ਦੇ 5 ਪੁੱਤਰ ਹਨ। ਕਰਤਾਰਾ, ਜਿਹਨੂੰ ਕਰਤਾਰ ਸਿੰਘ ਵੀ ਕਿਹਾ ਜਾਂਦਾ ਹੈ, ਪ੍ਰੀਤੂ, ਤਲੋਕਾ, ਦਿਆਲਾ, ਅਤੇ 5ਵਾਂ ਜਿਹੜਾ ਬਾਹਰ ਨੌਕਰੀ ਕਰਦਾ ਹੈ ਉੱਥੋਂ 500 ਮੀਲ ਦੀ ਦੂਰੀ 'ਤੇ। ਉਸ ਤੋਂ ਬਾਅਦ ਇੱਕ ਇਹਦੇ ਵਿੱਚ ਹੋਰ ਪਾਤਰ ਦਾ ਜਿਹੜਾ ਨਾਂ ਹੈ ਉਹ ਹੈ ਵਿਦਿਆ, ਜਿਹੜੀ ਕਿ ਕਰਤਾਰੇ ਦੀ ਪਤਨੀ ਹੈ। ਪ੍ਰੀਤੂ ਦੀ ਪਤਨੀ ਬੰਤ ਹੈ। ਤਾਂ ਹੁਣ ਇਹ ਕਹਾਣੀ ਆਪਾਂ ਦੇਖਦੇ ਹਾਂ। ਇਹ ਕਹਾਣੀ ਅਜਿਹੇ ਬਜ਼ੁਰਗ ਮਾਪਿਆਂ ਦੀ ਕਹਾਣੀ ਹੈ ਜਿਨ੍ਹਾਂ ਦੀ ਔਲਾਦ ਬੁਢਾਪੇ ਦੇ ਵਿੱਚ ਉਹਨਾਂ ਦਾ ਸਾਥ ਛੱਡ ਦਿੰਦੀ ਹੈ। ਤਾਂ ਇਸ ਕਹਾਣੀ ਦੇ ਵਿੱਚ ਕਹਾਣੀ ਕੁਛ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ। 5 ਮਈ ਦੀ ਤਰੀਕ ਹੋ ਚੁੱਕੀ ਹੈ। ਕਰਤਾਰੇ ਦੀ ਘਰਵਾਲੀ ਦਾ ਵੀ ਉਸ ਨਾਲ ਵਰਤਾਓ ਚੰਗਾ ਨਹੀਂ, ਪਰ ਬਾਬਾ ਬਾਰੂ ਕਰਤਾਰੇ ਕੋਲ ਅਜੇ ਹੋਰ ਰਹਿਣਾ ਚਾਹੁੰਦਾ ਹੈ ਅਤੇ ਆਪਣੇ ਪੁੱਤਰ ਨੂੰ ਕਹਿੰਦਾ ਹੈ ਕਿ ਪੁੱਤਰ ਤਾਰਿਆ, ਮੈਂ ਬਾਹਰਲੇ ਘਰ ਨਹੀਂ ਜਾਣਾ, ਮੈਨੂੰ ਆਪਣੇ ਕੋਲ ਹੀ ਰਹਿਣ ਦੇ। ਮੇਰਾ ਬਾਹਰਲੇ ਘਰ ਭੋਰਾ ਵੀ ਜੀ ਨਹੀਂ ਲੱਗਦਾ। ਤਾਂ ਕਰਤਾਰਾ ਅੱਗੋਂ ਕਹਿੰਦਾ, ਜੀ ਦਾ ਭਲਾ ਕੀ ਮਤਲਬ ਹੈ ਬਾਪੂ? ਜਦ ਮਾਂ ਦੇ ਵਾਰੇ ਵਾਲੇ ਦਿਨ 5 ਭਾਈਆਂ ਵਿੱਚ ਇਹ ਫੈਸਲਾ ਹੋਇਆ ਸੀ ਕਿ ਅਸੀਂ 5 ਭਾਈ ਤੁਹਾਨੂੰ 3-3 ਮਹੀਨੇ ਰੋਟੀ ਦੇਵਾਂਗੇ। ਵਾਰੀ ਦੇ ਮੁਤਾਬਕ 1 ਤਰੀਕ ਤੋਂ ਤੁਹਾਡੇ 3 ਦਿਨ ਇੱਥੇ ਪੂਰੇ ਹੋ ਚੁੱਕੇ ਹਨ। ਹੁਣ ਤੁਹਾਨੂੰ ਪ੍ਰੀਤੂ ਦੇ ਘਰ ਚਲੇ ਜਾਣਾ ਚਾਹੀਦਾ ਹੈ। ਬਾਬਾ ਅੱਗੋਂ ਕੁਝ ਵੀ ਉੱਤਰ ਨਾ ਦੇ ਸਕਿਆ। ਉਹਨਾਂ ਨੇ ਫੈਸਲਾ ਕੀਤਾ ਸੀ ਮਾਂ ਦੇ ਮਰਨ ਤੋਂ ਬਾਅਦ ਕਿ ਉਹ 3-3 ਮਹੀਨੇ ਆਪਣੇ ਬਾਪ ਨੂੰ ਸੰਭਾਲਣਗੇ। 5 ਭਾਈ ਲਿਖੇ ਹੋਏ ਹੈ, ਵੈਸੇ ਤਾਂ 15 ਮਹੀਨੇ ਬਣਦੇ ਹੈ, ਪਰ ਕਿਉਂਕਿ 5ਵਾਂ ਬਾਹਰ ਸੀ, 4 ਭਾਈ ਉੱਥੇ ਸੀ, ਇਸ ਕਰਕੇ 3-3 ਮਹੀਨਿਆਂ ਦੇ ਹਿਸਾਬ ਨਾਲ ਸਾਲ ਬਣਦਾ ਹੈ। ਆਖਰ ਬਾਬੇ ਬਾਰੂ ਨੂੰ ਬਾਹਰਲੇ ਘਰ ਪ੍ਰੀਤੂ ਕੋਲ ਆਉਣਾ ਹੀ ਪਿਆ, ਭਾਵੇਂ ਅੰਦਰੋਂ ਉਸਦੀ ਵੱਡੀ ਰੂਹ ਨਹੀਂ ਸੀ ਕਰਦੀ ਇੱਥੇ ਆਉਣ ਨੂੰ, ਪਰ ਮਰਦਾ ਕੀ ਨਾ ਕਰਦਾ। ਕਰਤਾਰੇ ਨੇ 3 ਮਹੀਨੇ ਪਿੱਛੋਂ ਸਾਫ਼ ਜੋ ਕਹਿ ਦਿੱਤਾ ਸੀ, ਬਾਪੂ ਹੁਣ ਤੂੰ ਪ੍ਰੀਤੂ ਦੇ ਘਰ ਚਲਾ ਜਾ। ਪ੍ਰੀਤੂ ਦੇ ਘਰ ਬਾਬਾ ਆ ਗਿਆ ਹੈ। ਪ੍ਰੀਤੂ ਦੀ ਵਹੁਟੀ ਬੰਤ ਬਾਬੇ ਬਾਰੂ ਦੀ ਸੇਵਾ ਵਿੱਚ ਕੋਈ ਵੀ ਕਸਰ ਨਾ ਰੱਖਦੀ। ਹਫ਼ਤੇ ਵਿੱਚ 2 ਵਾਰੀ ਉਸਦੇ ਕੱਪੜੇ ਧੋ ਦਿੰਦੀ, ਚਾਹ ਪਾਣੀ ਸਮੇਂ ਸਿਰ ਬਾਬੇ ਨੂੰ ਤਿਆਰ ਕਰਕੇ ਦੇ ਦਿੰਦੀ। ਆਪਣੇ ਬੱਚਿਆਂ ਨੂੰ ਵੀ ਉਸਨੇ ਸਮਝਾ ਰੱਖਿਆ ਸੀ ਕਿ ਤੁਸੀਂ ਜਿੰਨੀ ਵੀ ਬਾਬੇ ਦੀ ਸੇਵਾ ਕਰੋਗੇ ਤੁਹਾਨੂੰ ਓਨਾ ਹੀ ਅੱਛਾ ਫਲ ਮਿਲੇਗਾ। ਵੱਡਿਆਂ ਦੀ ਆਤਮਾ ਖੁਸ਼ ਰੱਖਣ 'ਤੇ ਰੱਬ ਵੀ ਖੁਸ਼ ਰਹਿੰਦਾ ਹੈ। ਤਾਂ ਇਹ ਉਹਦੀ ਪਤਨੀ ਦੇ ਵਿਚਾਰ ਸੀ। ਪਰ ਪ੍ਰੀਤੂ ਜਿਹੜਾ ਸੀਗਾ ਉਹ ਸ਼ਰਾਬੀ ਕਬਾਬੀ ਕਿਸਮ ਦਾ ਵਿਅਕਤੀ ਸੀ। ਉਹ ਬਾਬੇ ਬਾਰੂ ਨੂੰ ਬਹੁਤ ਮੰਦਾ ਬੋਲਦਾ ਸੀ। ਪੈਰੇ ਦੇ ਵਿੱਚ ਆਪਾਂ ਦੇਖਦੇ ਹਾਂ ਇੱਥੇ ਲਿਖਿਆ ਹੋਇਆ ਹੈ, ਪਰ ਇੰਨਾ ਕੁਝ 'ਤੇ ਵੀ ਬੰਤ ਦੀ ਆਪਣੀ ਆਤਮਾ ਨੂੰ ਕਦੇ ਸ਼ਾਂਤੀ ਨਹੀਂ ਸੀ ਮਿਲਦੀ। ਉਸਦਾ ਪਤੀ ਸ਼ਰਾਬੀ ਸੀ। ਜਦੋਂ ਵੀ ਆਥਣ ਨੂੰ ਉਹ ਘਰ ਆਉਂਦਾ ਤਾਂ ਆਉਂਦਿਆਂ ਹੀ ਅਵਾ ਤਵਾ ਬੋਲਣਾ ਸ਼ੁਰੂ ਕਰ ਦਿੰਦਾ। ਕਿਸੇ ਨਾ ਕਿਸੇ ਬਹਾਨੇ ਬੰਤ ਨਾਲ ਝਗੜਾ ਕਰਦਾ, ਬੱਚਿਆਂ ਨੂੰ ਉੱਚੀ ਉੱਚੀ ਗਾਲਾਂ ਕੱਢਣ ਲੱਗ ਪੈਂਦਾ। ਜੋ ਕੋਈ ਵੀ ਉਸ ਦੀ ਗੱਲ ਨੂੰ ਨਾ ਉਲਟਾਉਂਦਾ, ਉਹ ਜਾ ਕੇ ਬਾਬੂ ਬਾਰੂ ਦੇ ਦੁਆਲੇ ਹੋ ਜਾਂਦਾ ਅਤੇ ਉਸ ਦੀ ਮੰਜੀ ਨੂੰ ਠੇਡਾ ਮਾਰ ਕੇ ਕਹਿੰਦਾ, ਬਾਪੂ ਅਜੇ ਕਿੰਨਾ ਚਿਰ ਹੋਰ ਇਹ ਮੰਜੀ ਪੂਜਣੀ ਹੈ ਮੈਂ। ਮਤਲਬ ਇੰਨੇ ਮਾੜੇ ਸ਼ਬਦ ਆਪਣੇ ਬਾਪ ਬਾਰੇ ਉਹ ਵਰਤਦਾ ਸੀ। ਹੁਣ ਬਾਬੇ ਦੀ ਵਾਰੀ ਤਲੋਕੇ ਦੇ ਜਾਣ ਦੀ ਸੀ। ਪ੍ਰੀਤੂ ਦੇ ਘਰ 3 ਮਹੀਨਿਆਂ ਦਾ ਸਮਾਂ ਪੂਰਾ ਹੋ ਚੁੱਕਿਆ ਸੀ। ਉਸ ਤੋਂ ਬਾਅਦ ਬਾਬੇ ਦੀ ਜਿਹੜੀ ਵਾਰੀ ਹੈ
ਉਹ ਤਲੋਕੇ ਦੇ ਘਰ ਜਾਣ ਦੀ ਆ ਗਈ ਹੈ। ਤਾਂ ਹੁਣ ਤਲੋਕੇ ਦੇ ਘਰ ਜਾ ਕੇ ਆਪਾਂ ਦੇਖਦੇ ਹਾਂ ਕਿ ਉਹਦਾ ਕਿਸ ਤਰ੍ਹਾਂ ਦਾ ਵਿਹਾਰ ਹੈ। ਤਲੋਕਾ ਸੱਚੀ ਮੁੱਚੀ ਆਪਣੇ ਪਿਓ ਦੇ ਬੁਢਾਪੇ ਨੂੰ ਇਸ ਤਰ੍ਹਾਂ ਰੁਲਦਾ ਨਹੀਂ ਸੀ ਦੇਖ ਸਕਦਾ। ਜਦੋਂ ਬਾਬਾ ਤਲੋਕੇ ਦੇ ਘਰ ਹੁੰਦਾ ਤਾਂ ਤਲੋਕੇ ਦੀ ਵਹੁਟੀ ਸਭ ਤੋਂ ਪਹਿਲਾਂ ਬਾਬੇ ਨੂੰ ਰੋਟੀ ਪਰੋਸਦੀ, ਸਭ ਤੋਂ ਪਹਿਲਾਂ ਬਾਬੇ ਨੂੰ ਚਾਹ ਦਿੰਦੀ। ਇਸ ਘਰ ਦੇ ਬਾਬੇ ਦੇ ਕੱਪੜੇ ਧੋ ਕੇ ਰੋਜ਼ ਬਦਲੇ ਜਾਂਦੇ। ਤਲੋਕਾ ਉਸ ਦੀ ਖੁਸ਼ੀ ਦਾ ਪੂਰਾ ਧਿਆਨ ਰੱਖਦਾ, ਪਰ ਫਿਰ ਵੀ ਬਾਬੇ ਨੂੰ ਇਉਂ ਲੱਗਦਾ ਜਿਵੇਂ ਕੋਈ ਗੁੱਗੇ ਦੀ ਪੂਜਾ ਹੋ ਰਹੀ ਹੈ। ਗੁੱਗੇ ਨਾਲ ਭਲਾ ਕਿਸੇ ਨੂੰ ਕੀ ਪਿਆਰ ਹੋ ਸਕਦਾ ਹੈ। ਉਸ ਦੀ ਪੂਜਾ ਡੰਗ ਦੇ ਡਰ ਤੋਂ ਕੀਤੀ ਜਾਂਦੀ ਹੈ। ਤੁਹਾਨੂੰ ਪਤਾ ਹੈ ਕਿ ਗੁੱਗਾ ਜਿਹੜਾ ਸੀ ਉਹਨੂੰ ਸੱਪਾਂ ਦਾ ਦੇਵਤਾ ਮੰਨਿਆ ਜਾਂਦਾ ਹੈ। ਤਾਂ ਇੱਥੇ ਇਸ ਤਰ੍ਹਾਂ ਭਾਵੇਂ ਕਿ ਉਹਦੀ ਕਾਫੀ ਸੇਵਾ ਹੁੰਦੀ ਸੀ, ਵਿਚਾਰੇ ਤਲੋਕੇ ਦੀ ਤਨਖਾਹ ਵੀ ਬਹੁਤ ਘੱਟ ਸੀ, 150 ਰੁਪਈਆ ਤਨਖਾਹ ਸੀ। ਉਸ ਦੀ ਪਤਨੀ ਭਾਵੇਂ ਉਹਦੀ ਸੇਵਾ ਕਰਦੀ ਸੀ, ਤਲੋਕੇ ਦੇ ਸਾਹਮਣੇ ਪਰਾਨੀ ਬਹਾਨੀ ਬਾਬੇ ਨੂੰ ਤਾਨੇ ਮਾਰ ਜਾਂਦੀ ਸੀ। ਤਾਂ ਕਹਿੰਦੀ ਸੀ, ਬਾਪੂ ਤੂੰ ਭਲਾ ਸਾਰੀ ਉਮਰ ਵਿੱਚ ਕੀ ਕੀਤਾ ਹੈ ਆਪਣੇ ਪੁੱਤਰਾਂ ਲਈ। ਪਿੰਡ ਵਿੱਚ ਸਭ ਤੋਂ ਥੋੜ੍ਹੀ ਜ਼ਮੀਨ ਹੈ ਸਾਡੇ ਕੋਲ, ਤੇਰੀ ਕੋਈ ਸੇਵਾ ਕਰੇ ਤਾਂ ਭਲਾ ਕਿਵੇਂ ਕਰੇ। ਬਾਬਾ ਨੋਹਾਂ ਦੀਆਂ ਚੁਭੀਆਂ ਗੱਲਾਂ ਸੁਣ ਕੇ ਅੰਦਰੋਂ ਅੰਦਰੀ ਰੋ ਉੱਠਦਾ। ਨਾਲੇ ਦਿਆਲਾ ਜਿਹੜਾ ਉਹਨਾਂ ਦਾ ਇੱਕ ਹੋਰ ਪੁੱਤਰ ਸੀ, ਜੋ ਹੁਣ ਸਾਰੀ ਜ਼ਮੀਨ ਨੂੰ ਵਾਹੁੰਦਾ ਬੀਜਦਾ ਸੀ, ਉਹ ਕਦੋਂ ਮੰਨਣ ਲੱਗਿਆ ਇਸ ਗੱਲ ਨੂੰ। ਉਸ ਦੇ ਘਰ ਰੱਬ ਦਾ ਦਿੱਤਾ ਦੁੱਧ ਪੁੱਤ ਸਭੋ ਕੁਝ ਹੈ, ਪਰ ਫਿਰ ਵੀ ਉਸ ਦੀ ਨੀਅਤ ਫਿੱਟੀ ਪਈ ਹੈ। ਅੰਦਰੋਂ ਅੰਦਰੀ ਉਹ ਪਟਵਾਰੀ ਨਾਲ ਮਿਲ ਕੇ ਸਾਰੀ ਜ਼ਮੀਨ ਹਥਿਆਉਣ ਨੂੰ ਫਿਰਦਾ ਹੈ। ਤਾਈਓ ਤਾਂ ਉਹ ਬਾਬੇ ਬਾਰੂ ਨੂੰ ਪਿੰਡ ਵਿੱਚ ਬੁਲਾ ਕੇ ਖੁਸ਼ ਨਹੀਂ। ਸੋਚ ਬਾਬਾ ਰੋਣ ਹੱਕਾ ਹੋ ਜਾਂਦਾ। ਐਡਾ ਵੱਡਾ ਪਰਿਵਾਰ ਸੀ ਉਸਦਾ, ਲੋਕ ਉਸ ਨੂੰ ਪਿੰਡ ਵਿੱਚ ਵੱਡੇ ਪਰਿਵਾਰ ਵਾਲਾ ਕਹਿ ਕੇ ਬੁਲਾਉਂਦੇ ਸਨ। ਜਦੋਂ ਕਦੇ ਸਾਰੇ ਪੋਤੇ ਪੋਤੀਆਂ ਵਿੱਚ ਬੈਠਾ ਹੁੰਦਾ ਤਾਂ ਉਸ ਨੂੰ ਕਈ ਵਾਰ ਭੁੱਲ ਜਾਂਦਾ ਕਿ ਕਿਹੜਾ ਪੁੱਤਰ ਦਿਆਲੇ ਦਾ ਹੈ ਅਤੇ ਕਿਹੜਾ ਪ੍ਰੀਤੂ ਦਾ, ਪਰ ਕੋਈ ਉਸ ਦੀ ਬਾਤ ਨਹੀਂ ਪੁੱਛਦਾ ਸੀ। ਕਈ ਵਾਰ ਬਹੁਤਾ ਦੁਖੀ ਹੋ ਕੇ ਉਹ ਆਪਣੀ ਸਵਰਗਵਾਸੀ ਪਤਨੀ ਨੂੰ ਕਹਿ ਉੱਠਦਾ, ਦੇਖ ਭਾਗਵੰਤੀਏ, ਤੂੰ ਕਹਿੰਦੀ ਹੁੰਦੀ ਸੀ ਜਿੰਨੇ ਪੁੱਤਰ ਬਹੁਤੇ ਹੋਣਗੇ ਓਨਾ ਹੀ ਬਹੁਤਾ ਸੁੱਖ ਮਿਲੇਗਾ ਬੁਢਾਪੇ ਵਿੱਚ। ਕਦੇ ਭਲਾ ਕਿਸੇ ਨੂੰ ਦੁੱਧ ਦੇ ਪੁੱਤ ਵੀ ਬਹੁਤੇ ਲੱਗੇ ਹਨ। ਅੱਜ ਮੇਰੀ ਹਾਲਤ ਦੇਖ ਜਰਾ ਆ ਕੇ, ਮੈਂ ਕਿੰਨਾ ਦੁਖੀ ਹਾਂ। ਮੇਰੀ ਰੁੱਖੀ ਸੁੱਖੀ ਵੀ ਸਭ ਨੂੰ ਭਾਰੀ ਲੱਗਦੀ ਹੈ। ਅਤੇ ਇਸ ਤੋਂ ਬਾਅਦ ਜਿਹੜਾ ਲਾਸਟ ਪੈਰੇ ਦੇ ਵਿੱਚ ਸੀਗਾ ਕਿ ਬਾਬਾ ਜਿਹੜਾ ਹੈਗਾ ਆਪਣੇ ਭਰਾ ਕੋਲ ਆ ਜਾਂਦਾ ਸੀ ਅਤੇ ਭਰਾ ਕੋਲ ਆਪਣਾ ਦੁੱਖ ਫੋਲ ਲੈਂਦਾ ਸੀ ਕਦੇ ਕਦੇ। ਅਤੇ ਉੱਥੇ ਆ ਕੇ ਉਹ ਕਹਾਣੀਕਾਰ ਇਹ ਵੀ ਦੱਸਣਾ ਚਾਹੁੰਦਾ ਕਿ ਉਹਦੇ ਭਰਾ ਦੇ ਭਾਵਾਂ ਦੀ ਇੱਕ ਪੁੱਤ ਸੀ, ਪਰ ਫਿਰ ਵੀ ਜਿਹੜਾ ਹੈਗਾ ਉਹ ਸੁਖੀ ਸੀ। ਤਾਂ ਇਹ ਬਾਬੇ ਬਾਰੂ ਦੀ ਕਹਾਣੀ ਸੀ ਕਿ ਉਹਦੇ ਜਿਹੜੇ ਹੈਗੇ ਆ 5 ਪੁੱਤ ਹੈ, ਜਿਹੜਾ ਇੱਕ ਬਾਹਰ ਰਹਿੰਦਾ ਹੈ, 4 ਉਹਦੇ ਨਾਲ ਰਹਿੰਦੇ ਆ, ਪਰ ਉਹ ਬਹੁਤ ਜਿਹੜਾ ਹੈਗਾ ਦੁਖੀ ਹੈ ਆਪਣੇ ਪੁੱਤਰਾਂ ਤੋਂ, ਕਿਉਂਕਿ ਕਿਸੇ ਦਾ ਵੀ ਵਰਤਾਓ ਉਹਦੇ ਨਾਲ ਬਹੁਤਾ ਚੰਗਾ ਨਹੀਂ ਹੈ। ਤਾਂ ਪਹਿਲਾ ਪ੍ਰਸ਼ਨ ਹੈ, ਦੁੱਧ ਦੇ ਪੁੱਤ ਕਹਾਣੀ ਵਿੱਚ ਬਾਬੇ ਬਾਰੂ ਦੇ ਕਿੰਨੇ ਪੁੱਤਰ ਹਨ। ਤਾਂ ਇਹ ਬਾਬੇ ਬਾਰੂ ਦੇ 5 ਪੁੱਤਰ ਹਨ, ਕਰਤਾਰ ਸਿੰਘ, ਪ੍ਰੀਤੂ, ਤਲੋਕਾ, ਦਿਆਲਾ ਅਤੇ ਇੱਕ ਜਿਹੜਾ ਬਾਹਰ ਨੌਕਰੀ ਕਰਦਾ। ਉਸ ਤੋਂ ਬਾਅਦ ਦੂਜਾ ਪ੍ਰਸ਼ਨ ਹੈ, ਇਸ ਕਹਾਣੀ ਵਿੱਚ ਬਾਪੂ ਆਪਣੇ ਮਨ ਦੀ ਗੱਲ ਕਿਸ ਨੂੰ ਦੱਸਦਾ ਹੈ। ਇਸ ਕਹਾਣੀ ਵਿੱਚ ਬਾਪੂ ਦਾ ਭਾਵੇਂ ਕਿ ਬਹੁਤ ਵੱਡਾ ਪਰਿਵਾਰ ਹੈ, ਉਹਦੇ 5 ਪੁੱਤਰ ਵੀ ਹਨ, ਪਰ ਉਹ ਆਪਣੇ ਮਨ ਦੀ ਗੱਲ ਹੋਰ ਕਿਸੇ ਨੂੰ ਨਹੀਂ ਦੱਸਦਾ। ਉਹ ਆਪਣੇ ਮਨ ਦੀ ਗੱਲ ਆਪਣੇ ਛੋਟੇ ਭਰਾ ਨਾਲ ਸਾਂਝੀ ਕਰਦਾ ਹੈ, ਜੋ ਕਿ ਕਰਤਾਰੇ ਦੇ ਘਰ ਦੇ ਨਾਲ ਹੀ ਆਪਣੇ ਇਕਲੌਤੇ ਪੁੱਤਰ ਕੋਲ ਰਹਿੰਦਾ ਹੈ। ਤਾਂ ਇਹ ਚੰਗੀ ਤਰ੍ਹਾਂ ਤੁਸੀਂ ਯਾਦ ਰੱਖਣਾ ਹੈ ਕਿ ਉਹ ਆਪਣੀ ਜਿਹੜੀ ਮਨ ਦੀ ਗੱਲ ਹੈ ਆਪਣੇ ਭਰਾ ਨਾਲ ਹੀ ਸਾਂਝੀ ਕਰਦਾ ਹੈ, ਜੋ ਕਰਤਾਰੇ ਦੇ ਘਰ ਦੇ ਕੋਲ ਆਪਣੇ ਇਕਲੌਤੇ ਪੁੱਤਰ ਨਾਲ ਰਹਿੰਦਾ ਹੈ। ਤੀਜਾ ਪ੍ਰਸ਼ਨ ਹੈ, ਮਾਂ ਦੇ ਮਰਨ ਤੋਂ ਬਾਅਦ ਪੁੱਤਰਾਂ ਨੇ ਕੀ ਫੈਸਲਾ ਕੀਤਾ। ਮਾਂ ਦੇ ਮਰਨ ਤੋਂ ਬਾਅਦ ਪੁੱਤਰਾਂ ਨੇ ਇਹ ਫੈਸਲਾ ਕੀਤਾ ਕਿ 5 ਭਰਾ ਆਪਣੇ ਪਿਓ ਨੂੰ ਵਾਰੀ 3 ਮਹੀਨੇ ਕੋਲ ਰੱਖ ਕੇ ਰੋਟੀ ਦੇਣਗੇ। ਉਸ ਤੋਂ ਬਾਅਦ ਚੌਥਾ ਪ੍ਰਸ਼ਨ ਹੈ, ਬਾਬੇ ਬਾਰੂ ਪ੍ਰਤੀ ਉਸਦੇ ਪੁੱਤਰ ਪ੍ਰੀਤੂ ਦਾ ਜਿਹੜਾ ਕਿਹੋ ਜਿਹਾ ਵਿਹਾਰ ਹੈ।
ਪ੍ਰੀਤੂ ਦਾ ਵਿਹਾਰ ਬਹੁਤ ਮਾੜਾ ਹੈ। ਉਹ ਸ਼ਰਾਬੀ ਕਿਸਮ ਦਾ ਉਹਦਾ ਪੁੱਤਰ ਹੈ, ਸ਼ਰਾਬੀ ਵਿਅਕਤੀ ਹੈ, ਅਤੇ ਉਹ ਆਪਣੇ ਪਿਓ ਨੂੰ ਸਤਿਕਾਰ ਦੇਣ ਦੀ ਥਾਂ ਉਹਦੀ ਮੰਜੀ ਨੂੰ ਠੇਡਾ ਮਾਰਦਾ ਹੈ ਅਤੇ ਠੇਡਾ ਮਾਰ ਕੇ ਇਹੋ ਜਿਹੇ ਕੌੜੇ ਸ਼ਬਦ ਕਹਿੰਦਾ ਹੈ ਕਿ ਬਾਪੂ ਅਜੇ ਕਿੰਨਾ ਚਿਰ ਹੋਰ ਇਹ ਮੰਜੀ ਪੂਜਣੀ ਹੈ ਮੈਂ। ਤਾਂ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ, ਇਸ ਕਹਾਣੀ ਦੇ ਸਿਰਲੇਖ ਤੋਂ ਕੀ ਭਾਵ ਹੈ। ਕਹਾਣੀ ਦਾ ਜਿਹੜਾ ਸਿਰਲੇਖ ਹੈ ਦੁੱਧ ਅਤੇ ਪੁੱਤ, ਇਹ ਦੱਸਿਆ ਗਿਆ ਹੈ ਕਿ ਇਹਦੇ ਵਿੱਚ ਭਾਵੇਂ ਕਿ ਦੁੱਧ ਅਤੇ ਪੁੱਤ ਬਹੁਤ ਕੀਮਤੀ ਚੀਜ਼ਾਂ ਹਨ ਅਤੇ ਕਦੇ ਵੀ ਕਿਸੇ ਨੂੰ ਬਹੁਤੀਆਂ ਨਹੀਂ ਲੱਗੀਆਂ, ਪਰ ਫਿਰ ਵੀ ਇਹਨਾਂ ਦੇ ਫਿੱਟਣ ਦਾ ਹਮੇਸ਼ਾ ਹੀ ਡਰ ਲੱਗਿਆ ਰਹਿੰਦਾ ਹੈ। ਦੁੱਧ ਕਿਸੇ ਵੀ ਸਮੇਂ ਪਾਟ ਸਕਦਾ ਅਤੇ ਪੁੱਤ ਜਿਹੜਾ ਕਿਸੇ ਵੀ ਸਮੇਂ ਗਲਤ ਰਸਤੇ ਪੈ ਸਕਦਾ ਹੈ, ਵਿਗੜ ਸਕਦਾ ਹੈ। ਤਾਂ ਕਹਾਣੀਕਾਰ ਨੇ ਇਹਦੇ ਵਿੱਚ ਬਾਬੇ ਬਾਰੂ ਦੇ ਵਿਗੜੇ ਹੋਏ ਪੁੱਤਾਂ ਨੂੰ ਫਿੱਟੇ ਹੋਏ ਦੁੱਧ ਨਾਲ ਤੁਲਨਾ ਦਿੱਤੀ ਹੈ ਅਤੇ ਇੱਕ ਪ੍ਰਤੀਕਾਤਮਕ ਜਿਹੜਾ ਸਿਰਲੇਖ ਚੁਣਿਆ। ਮਾਪੇ ਆਪਣੇ ਬੱਚਿਆਂ ਨੂੰ ਕਦੇ ਬੋਝ ਨਹੀਂ ਸਮਝਦੇ, ਪਰ ਬੱਚੇ ਆਪਣੇ ਮਾਂ ਪਿਓ ਨੂੰ ਥਾਂ ਥਾਂ ਭਟਕਣ ਲਈ ਮਜਬੂਰ ਕਰ ਦਿੰਦੇ ਹਨ। ਇਸ ਲਈ ਦੁੱਧ ਅਤੇ ਪੁੱਤ ਦਾ ਬਹੁਤਾ ਮਾਣ ਨਹੀਂ ਕਰੀਦਾ। ਇਹ ਕਹਾਣੀ ਦਾ ਸਿਰਲੇਖ ਬਿਲਕੁਲ ਸਹੀ ਹੈ। ਪਾਠ ਤੋਂ ਅੱਗੇ ਕੁਝ ਹੋਰ ਕਰੀਏ। ਇਹ ਵਿਦਿਆਰਥੀਆਂ ਦੇ ਕਰਨ ਵਾਲੇ ਪ੍ਰਸ਼ਨ ਹੁੰਦੇ ਹੈ। ਤੁਸੀਂ ਆਪਣੇ ਮਾਪਿਆਂ ਲਈ ਕੀ ਕਰਨਾ ਚਾਹੁੰਦੇ ਹੋ, ਖੁੱਲ੍ਹ ਕੇ ਬਿਆਨ ਕਰੋ, ਆਪਣੇ ਵਿਚਾਰ ਦੱਸਣੇ ਹੈ। ਅੱਜ ਕੱਲ੍ਹ ਮਾਪਿਆਂ ਅਤੇ ਬੱਚਿਆਂ ਵਿੱਚ ਵੱਧ ਰਹੀ ਦੂਰੀ ਦਾ ਕਾਰਨ ਦੱਸੋ। ਤਾਂ ਬਹੁਤ ਸਾਰੇ ਭਾਵੇਂ ਕਿ ਕਾਰਨ ਨੇ, ਤੁਸੀਂ 2-3 ਕਾਰਨ ਜ਼ਰੂਰ ਜ਼ਿਕਰ ਕਰਨਾ। ਪਦਾਰਥਕ ਜਿਹੜੀ ਅੱਜ ਦੀ ਜ਼ਿੰਦਗੀ ਹੈ ਜਿਹਦੇ ਵਿੱਚ ਪੈਸਾ ਹੀ ਪ੍ਰਧਾਨ ਹੈ, ਇਹ ਵੱਡੀ ਦੂਰੀ ਦਾ ਕਾਰਨ ਹੈ। ਉਸ ਤੋਂ ਬਾਅਦ ਵੱਧ ਰਹੀ ਦੂਰੀ ਦਾ ਕਾਰਨ ਅੱਜ ਦਾ ਮੀਡੀਆ ਹੈ। ਮੀਡੀਆ ਦੇ ਵਿੱਚ ਟੈਲੀਵਿਜ਼ਨ ਆ ਜਾਂਦਾ ਹੈ, ਮੀਡੀਆ ਦੇ ਵਿੱਚ ਮੋਬਾਈਲ ਆ ਜਾਂਦਾ ਹੈ। ਮੋਬਾਈਲ ਟੈਲੀਵਿਜ਼ਨਾਂ ਨੇ ਸਾਨੂੰ ਇੱਕ ਦੂਜੇ ਤੋਂ ਬਹੁਤ ਦੂਰ ਕਰ ਦਿੱਤਾ ਹੈ। ਨੇੜੇ ਅਸੀਂ ਇੱਕ ਦੂਜੇ ਨਾਲ ਗੱਲਾਂ ਨਹੀਂ ਕਰਦੇ, ਬੈਠਦੇ ਨਹੀਂ। ਮਾਇਆ ਦੀ ਜ਼ਿੰਦਗੀ ਨੇ ਸਾਨੂੰ ਇੱਕ ਦੂਜੇ ਤੋਂ ਦੂਰ ਕਰ ਦਿੱਤਾ ਹੈ। ਤੀਜਾ ਪ੍ਰਸ਼ਨ ਹੈ, ਹੁਣ ਪਤੀ ਪਤਨੀ ਅਤੇ ਬੱਚਿਆਂ ਦੇ ਇਕੱਠੇ ਰਹਿਣ ਦਾ ਰਿਵਾਜ਼ ਸ਼ੁਰੂ ਹੋ ਗਿਆ ਹੈ। ਇਸ ਮਾਹੌਲ ਵਿੱਚ ਬਜ਼ੁਰਗਾਂ ਦੀ ਹੋ ਰਹੀ ਬੇਕਦਰੀ ਉੱਪਰ ਰੌਸ਼ਨੀ ਪਾਉਂਦਾ ਇੱਕ ਲੇਖ ਲਿਖੋ। ਤਾਂ ਇਹ ਅੱਜ ਦਾ ਨਵੇਂ ਜਿਹੜਾ ਅੱਜ ਦੇ ਮਾਹੌਲ ਦੇ ਵਿੱਚ ਪੈਦਾ ਹੋਈ ਸਮੱਸਿਆ ਹੈ, ਇਸ 'ਤੇ ਤੁਸੀਂ ਇੱਕ ਲੇਖ ਲਿਖਣਾ ਹੈ। ਨਵੀਂ ਅਤੇ ਆਪਣੀ ਪੀੜ੍ਹੀ ਵਿੱਚ ਨੇੜਤਾ ਲਿਆਉਣ ਲਈ ਸੁਝਾਅ ਦਿਓ। ਇਹ ਸੁਝਾਅ ਤੁਸੀਂ ਬਿਹਤਰ ਤਰੀਕੇ ਨਾਲ ਦੇ ਸਕਦੇ ਹੋ। ਤੁਸੀਂ ਇਹਦੇ ਵਿੱਚ ਦੇਖਣਾ ਇਹ ਹੈ ਕਿ ਪੁਰਾਣੀ ਪੀੜ੍ਹੀ ਨੂੰ ਕੀ ਕੀ ਚੀਜ਼ਾਂ ਚੰਗੀਆਂ ਲੱਗਦੀਆਂ, ਨਵੀਂ ਪੀੜ੍ਹੀ ਨੂੰ ਕੀ ਕੀ ਚੀਜ਼ਾਂ ਚੰਗੀਆਂ ਲੱਗਦੀਆਂ, ਅਤੇ ਕਿੰਨਾਂ ਚੀਜ਼ਾਂ 'ਤੇ ਉਹਨਾਂ ਦੀ ਸਹਿਮਤੀ ਬਣ ਸਕਦੀ ਹੈ। ਇੱਕ ਦੂਜੇ ਨਾਲ ਉਹਨਾਂ ਨੂੰ ਕਿਵੇਂ ਆਪਾਂ ਇੱਕ ਦੂਜੇ ਦੇ ਵਿੱਚ ਨੇੜਤਾ ਪੈਦਾ ਕਰ ਸਕਦੇ ਹਾਂ। ਜਿਹੜਾ 5ਵਾਂ ਪ੍ਰਸ਼ਨ ਉਹਦੇ ਵਿੱਚ ਇੱਕ ਪੱਤਰ ਲਿਖਣਾ ਹੈ, ਜਿਹਦੇ ਵਿੱਚ ਲਿਖਣਾ ਕਿਹਨੂੰ ਹੈ, ਡਿਪਟੀ ਕਮਿਸ਼ਨਰ ਨੂੰ ਲਿਖਣਾ ਹੈ। ਇਹਦੇ ਵਿੱਚ ਬਜ਼ੁਰਗਾਂ ਦੀ ਸੁਰੱਖਿਆ ਵਧਾਉਣ ਲਈ ਬੇਨਤੀ ਕਰਨੀ ਹੈ। ਪੂਰਾ ਉਹਦੇ ਵਿੱਚ ਤੁਸੀਂ ਜ਼ਿਕਰ ਕਰਨਾ ਹੈ। ਇਸ ਤਰ੍ਹਾਂ ਦੀ ਘਟਨਾ ਦਾ ਵੀ ਕੋਈ ਜ਼ਿਕਰ ਕਰ ਸਕਦੇ ਹੋ। ਵਚਨ ਬਦਲੋ ਹੈ। ਇੱਕ ਵਚਨ ਹੈ ਤਾਂ ਬਹੁ ਵਚਨ ਬਣਾਉਣਾ, ਜੇ ਬਹੁ ਵਚਨ ਹੈ ਤਾਂ ਇੱਕ ਵਚਨ। ਕੱਪੜਾ ਕੱਪੜੇ, ਤਾਰਾ ਤਾਰੇ, ਮੰਜੀ ਮੰਜੀਆਂ, ਬਿਸਤਰਾ ਬਿਸਤਰੇ, ਜ਼ਮੀਨ ਜ਼ਮੀਨਾਂ, ਬੱਚਾ ਬੱਚੇ, ਗੱਲ ਗੱਲਾਂ, ਤਨਖਾਹ ਤਨਖਾਹਾਂ, ਤੰਦ ਤੰਦਾਂ, ਚੋਣਵੀ ਚੋਣਵੀਆਂ। ਹੇਠ ਲਿਖੇ ਬਹੁਅਰਥਕ ਸ਼ਬਦਾਂ ਦੇ ਵਾਕ ਬਣਾਉਣੇ ਹੈ। ਉੱਤਰ ਜਿਹੜਾ ਇੱਕ ਸ਼ਬਦ ਇਹਦੇ ਵਿੱਚ ਦਿੱਤਾ ਹੋਇਆ ਹੈ, ਇਹਦਾ ਇੱਕ ਅਰਥ ਤੁਸੀਂ ਵਾਕ ਬਣਾ ਸਕਦੇ ਹੋ। ਜਵਾਬ, ਹਰ ਪ੍ਰਸ਼ਨ ਦਾ ਉੱਤਰ ਦੇਣਾ ਜ਼ਰੂਰੀ ਨਹੀਂ। ਇੱਕ ਦਿਸ਼ਾ ਵੀ ਬਣਾ ਸਕਦੇ ਹੋ, ਸਾਡਾ ਘਰ ਉੱਤਰ ਦਿਸ਼ਾ ਵਿੱਚ ਹੈ। ਉਸ ਤੋਂ ਬਾਅਦ ਦਰ ਹੈ, ਦਰ ਸ਼ਬਦ ਦਾ ਦਰਵਾਜ਼ਾ ਬਣਾ ਸਕਦੇ ਹੋ, ਦਰਬਾਰ ਬਣਾ ਸਕਦੇ ਹੋ। ਉਸ ਤੋਂ ਬਾਅਦ ਮਤਲਬ ਅਰਥ ਮੈਂ ਤੁਹਾਨੂੰ ਦੱਸ ਰਿਹਾ, ਵਾਕ ਆਪੇ ਬਣਾ ਲਿਓ। ਫਲ ਦਾ ਅਰਥ ਨਤੀਜਾ ਵੀ ਹੁੰਦਾ ਹੈ ਅਤੇ ਫਲ ਖਾਣ ਵਾਲਾ ਵੀ ਹੁੰਦਾ ਹੈ। ਵੱਢੀ ਦਾ ਅਰਥ ਵੱਢਣਾ ਵੀ ਹੁੰਦਾ, ਕਿਸੇ ਚੀਜ਼ ਨੂੰ ਕੱਟਣਾ ਹੁੰਦਾ, ਅਤੇ ਰਿਸ਼ਵਤ ਲੈਣਾ ਵੀ ਵੱਢੀ ਹੈ। ਵੰਡ ਦਾ ਅਰਥ ਵੰਡਣਾ ਵੀ ਹੈ ਅਤੇ ਇਹਦਾ ਅਰਥ ਦਾਨ ਪੁੰਨ ਵੀ ਹੈ। ਉਸ ਤੋਂ ਬਾਅਦ ਅਗਲੇ ਜਿਹੜੇ ਪ੍ਰਸ਼ਨਾਂ ਦੇ ਵਿੱਚ 5 ਵਾਕ ਦਿੱਤੇ ਗਏ ਹੈ। ਇਹਨਾਂ ਦੇ ਵਿੱਚੋਂ ਲਕੀਰੇ ਸ਼ਬਦਾਂ ਦੇ ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਦੱਸਣੀਆਂ। ਭਾਵੇਂ ਕਿ ਸ਼ਬਦ ਇਹਦੇ ਵਿੱਚ ਲਕੀਰੇ ਨਹੀਂ, ਆਪਾਂ ਆਪ ਹੀ ਇਹਦੇ ਵਿੱਚੋਂ ਕਿਰਿਆ ਵਿਸ਼ੇਸ਼ਣ ਸ਼ਬਦ ਚੁਣਨੇ ਹੈ ਅਤੇ ਉਹਨਾਂ ਸ਼ਬਦਾਂ ਦੀ ਕਿਸਮ ਵੀ ਦੱਸਣੀ ਹੈ। ਜਿਵੇਂ ਕਿ ਪਹਿਲਾ ਜਿਹੜਾ ਵਾਕ ਹੈ ਉਹਦੇ ਵਿੱਚ 16 ਆਨੇ, ਇਹ ਤਕੀਦੀਵਾਚਕ ਕਿਰਿਆ ਵਿਸ਼ੇਸ਼ਣ ਹੈ। ਦੂਸਰੇ ਦੇ ਵਿੱਚ ਅੰਦਰ, ਤਲੋਕਾ ਅੰਦਰ ਬੈਠਾ ਸੀ, ਇਹਦੇ ਵਿੱਚ ਅੰਦਰ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਹੈ। ਤੀਜੇ ਦੇ ਵਿੱਚ ਪਿੰਡ ਵਿੱਚ ਸਾਡੇ ਕੋਲ ਥੋੜ੍ਹੀ ਜ਼ਮੀਨ ਹੈ, ਥੋੜ੍ਹੀ ਇਹਦੇ ਵਿੱਚ ਪ੍ਰਮਾਣਵਾਚਕ ਵਿਸ਼ੇਸ਼ਣ ਹੈ। ਉਸ ਤੋਂ ਬਾਅਦ ਚੌਥਾ ਹੈ, ਉਸ ਦਾ 5ਵਾਂ ਪੁੱਤਰ ਨੌਕਰੀ ਲਈ ਦੂਰ ਗਿਆ ਹੋਇਆ ਸੀ।
ਤੇ ਇਹਦੇ ਵਿੱਚ ਜਿਹੜਾ ਦੂਰ ਹੈ ਉਹ ਮਿਣਤੀਵਾਚਕ ਵੀ ਕਹਿ ਸਕਦੇ ਹਾਂ, ਪ੍ਰਮਾਣਵਾਚਕ ਵੀ ਕਹਿ ਸਕਦੇ ਹਾਂ, ਦੋਨੇ ਜਿਹੜੇ ਇਹਦੀਆਂ ਕਿਸਮਾਂ ਬਣ ਸਕਦੀਆਂ। ਤਾਂ ਇਹ ਕਿਰਿਆ ਵਿਸ਼ੇਸ਼ਣ ਹੈ। ਪੰਜਵਾਂ ਹੈ ਗੱਲਾਂ ਕਰਦਾ ਕਰਦਾ ਉਹ ਅਚਨਚੇਤ ਰੋ ਪਿਆ। ਅਚਨਚੇਤ ਕਾਲਵਾਚਕ ਕਿਰਿਆ ਵਿਸ਼ੇਸ਼ਣ ਹੈ। ਉਸ ਤੋਂ ਬਾਅਦ ਹਾਹਾ ਪ੍ਰਸ਼ਨ ਹੈ। ਇਹਦੇ ਵਿੱਚੋਂ ਆਪਾਂ ਦੱਸਣੇ ਆ ਕਿਰਿਆ ਸ਼ਬਦਾਂ ਦੀ ਸਿਰਫ ਚੋਣ ਕਰਨੀ ਹੈ। ਕਿਰਿਆ ਸ਼ਬਦ ਹਮੇਸ਼ਾ ਹੀ ਵਾਕ ਦੇ ਅੰਤ ਵਿੱਚ ਹੁੰਦੇ ਹੈ। ਜਿਵੇਂ ਪਹਿਲੇ ਦੇ ਵਿੱਚ ਦਿੱਤੇ ਸ਼ਬਦ ਕਿਰਿਆ ਵਿਸ਼ੇਸ਼ਣ ਕਿਰਿਆ, ਦੂਜੇ ਦੇ ਵਿੱਚ ਪਿਆਇਆ ਸ਼ਬਦ ਕਿਰਿਆ, ਤੀਜੇ ਦੇ ਵਿੱਚ ਬਣਾਇਆ ਸ਼ਬਦ ਕਿਰਿਆ, ਚੌਥੇ ਦੇ ਵਿੱਚ ਹੋਣੀ ਚਾਹੀਦੀ ਸੀ ਕਿਰਿਆ, ਅਤੇ ਪੰਜਵੇਂ ਦੇ ਵਿੱਚ ਦਿੱਤਾ ਕਿਰਿਆ। ਉਸ ਤੋਂ ਬਾਅਦ ਅੱਗੇ ਹੈਗੇ ਹੇਠ ਲਿਖੇ ਵਾਕਾਂ ਨੂੰ ਵਰਤਮਾਨ ਕਾਲ ਵਿੱਚ ਬਦਲ ਕੇ ਲਿਖਣਾ। ਇਹ ਕੁਛ ਜਿਹੜੇ ਸਾਰੇ ਵਾਕ ਹੈ ਭੂਤਕਾਲ ਦੇ ਵਿੱਚ ਲਿਖੇ ਹੋਏ ਹੈ, ਤਾਂ ਇਹਨਾਂ ਨੂੰ ਹੇਠ ਲਿਖੇ ਵਾਕਾਂ ਨੂੰ ਵਰਤਮਾਨ ਕਾਲ ਵਿੱਚ ਬਦਲ ਕੇ ਲਿਖਣਾ। ਭੂਤਕਾਲ ਤੋਂ ਵਰਤਮਾਨ ਬਣਾਉਣਾ, ਯਾਨੀ ਸੀ ਲੱਗਿਆ ਉੱਥੇ ਤਕਰੀਬਨ ਹੈ ਲੱਗ ਜੂਗਾ। ਤਾਂ ਇਹਨਾਂ ਵਾਕਾਂ ਦੇ ਮੈਂ ਜਿਹੜੇ ਵਰਤਮਾਨ ਕਾਲ ਹੀ ਵਾਕ ਬੋਲੂੰਗਾ। ਵਿੱਦਿਆ ਹੁਣ ਉਸ ਨਾਲ ਖਾਸੀ ਔਖੀ ਹੋ ਕੇ ਬੋਲਦੀ ਹੈ। ਕਰਤਾਰੇ ਨੇ ਬਾਪੂ ਨੂੰ ਪ੍ਰੀਤੂ ਦੇ ਘਰ ਜਾਣ ਲਈ ਕਿਹਾ ਹੈ। ਬਾਬੇ ਦੀਆਂ ਗੱਲਾਂ 16 ਆਨੇ ਠੀਕ ਹੈ। ਤਲੋਕਾ ਬਾਪੂ ਦੇ ਬੁਢਾਪੇ ਨੂੰ ਰੁਲਦਾ ਨਹੀਂ ਦੇਖ ਸਕਦਾ। ਦਿਆਲੇ ਦੇ ਘਰ ਰੱਬ ਦਾ ਦਿੱਤਾ ਸਭ ਕੁਝ ਹੈ। ਤਾਂ ਇਹ ਤੁਹਾਡੀ ਕਹਾਣੀ ਸੀ ਦੁੱਧ ਅਤੇ ਪੁੱਤ। ਇਸ ਦੇ ਪ੍ਰਸ਼ਨਾਂ ਦੇ ਉੱਤਰ ਤੁਸੀਂ ਮੇਰੇ ਬਲੌਗ ਸਪੌਟ 'ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ, ਜਿਹਦਾ ਲਿੰਕ ਮੈਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ। ਮੇਰੀ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ, ਮੇਰਾ ਚੈਨਲ ਸਬਸਕ੍ਰਾਈਬ ਵੀ ਕਰਨਾ, ਅਤੇ ਨਾਲ ਹੀ ਜਿਹੜਾ ਹੈਗਾ ਜੇ ਤੁਹਾਡੇ ਕੋਈ ਸੁਝਾਅ ਹੈ ਉਹ ਵੀ ਮੈਨੂੰ ਭੇਜਣੇ ਹੈ। ਆਪਾਂ ਹੋਰ ਕਿੰਨੇ ਬਿਹਤਰ ਤਰੀਕੇ ਨਾਲ ਇਸ ਕਹਾਣੀ ਨੂੰ ਜਾਂ ਇਸ ਪੰਜਾਬੀ ਦੇ ਲੈਸਨ ਨੂੰ ਪੜ੍ਹਾ ਸਕਦੇ ਹਾਂ। ਧੰਨਵਾਦ।